ਕਰਮ ਫਲ ਪ੍ਰਦਾਤਾ ਗੁਰੂ ਕਰਤਾਰ। ਕੀਤੇ ਕਰਮਾਂ ਦੀ ਫਲ ਦਾਤ ਕਰਨੇ ਹਾਰ ਕਰਤਾਰ ਦੇ ਹੱਥ ਵਸ ਹੈ। ਧੁਰ ਮਸਤਕ ਲਿਖਤ ਲਿਖੀ ਅਨੁਸਾਰ ਕਈ ਸ਼ੁਭ ਅਸ਼ੁਭ ਕਰਮ ਐਸੇ ਹਨ ਜੋ ਪ੍ਰਾਣੀ ਨੂੰ ਅਵਸ਼ੋਂ ਕਰਨੇ ਪੈਂਦੇ ਹਨ। ਇਹਨਾਂ ਅਵਸ਼ੋਂ ਕਰਨਯੋਗ ਕਰਮਾਂ ਦੀ ਲਿਖਤ ਵੀ ਕਰਤੇ ਪੁਰਖ ਵੱਲੋਂ ਲਿਖੀ ਹੋਈ ਹੁੰਦੀ ਹੈ। ਉਸ ਲਿਖਤ ਅਨੁਸਾਰ ਪ੍ਰਾਣੀ ਸੋ ਕਰਮ ਕਰਦਾ ਹੈ ਜਿਹੋ ਜਿਹੀ ਲਿਖਤ ਲਿਖ ਕੇ ਪਾਈ ਹੋਈ ਹੁੰਦੀ ਹੈ। ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ, ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਘਾਈ। ਸੋਰਠ ਮਹਲਾ ਪੰਜਵਾਂ ਘਰ ਪਹਿਲਾ। ਇਸ ਗੁਰਵਾਕ ਦੇ ਭਾਵ ਅਨੁਸਾਰ ਇਹ ਗੱਲ ਸਪਸ਼ਟ ਹੈ ਕਿ ਕਰਤੇ ਪੁਰਖ ਨੇ ਜੈਸੀ ਕਿਰਤ ਲਿਖ ਕੇ ਪਾਈ ਹੈ, ਜੈਸੀ ਲਿਖਤ ਲਿਖੀ ਹੈ, ਉਸੇ ਅਨੁਸਾਰ ਹੀ ਪ੍ਰਾਣੀ ਸੋਈ ਕਰਮ ਕਰਦਾ ਹੈ। ਗੁਰੂ ਕੇ ਸੇਵਕਾਂ ਸਿੱਖਾਂ ਨੂੰ ਗੁਰੂ ਕਰਤਾਰ ਨੇ ਉਸ ਦੇ ਪੂਰਬਲੇ ਸ਼ੁਭ ਲਿਖਤੀ ਕਰਮਾਂ ਅਨੁਸਾਰ ਨਾਮ ਜਪਣ ਦੀ ਸੇਵਾ ਰੂਪੀ ਸ਼ੁਭ ਸ਼੍ਰੇਸ਼ਟ ਤੇ ਸ਼ੁਭ ਕਰਮ ਹੀ ਲਿਖ ਕੇ ਦਿੱਤਾ ਹੈ। ਇਹ ਕਰਮ ਫਲ ਦਾਤ ਕਰਤੇ ਪੁਰਖ ਦੇ ਹੱਥ ਵਸ ਹੀ ਹੈ। ਇਹ ਫਲ ਪ੍ਰਦਾਤੀ ਕਰਮ ਦਾਤਾ ਕਰਮ ਫਲ ਪ੍ਰਦਾਤਾ ਕਰਤਾ ਪੁਰਖ ਗੁਰੂ ਕਰਤਾਰ ਆਪ ਆਪਣੀ ਕਰਮ ਅਭੀਚੀ ਪ੍ਰੇਰਨਾ ਦੇ ਜ਼ੋਰ ਤੇ ਕਰਾਉਂਦਾ ਹੈ। ਕਰਮ ਕਰਨੇ ਹਾਰ ਪ੍ਰਾਣੀ ਦਾ ਇਸ ਕਰਮ ਜਾਂ ਇਹਨਾਂ ਕਰਮਾਂ ਦੇ ਕਰਨ ਵਿੱਚ ਕੋਈ ਜ਼ੋਰ ਤਾਣ ਨਹੀਂ ਚੱਲਦਾ, ਕਿਉਂਕਿ ਇਹ ਕਰਮ ਉਸ ਦੇ ਪੂਰਬਲੇ ਕਰਮਾਂ ਦੇ ਸਿਲੇ ਵਿੱਚ ਉਸ ਦੇ ਧੁਰ ਮਸਤਕ ਲਿਖਤੀ ਕਰਮ ਹਨ। ਜੋ ਕਰਮ ਵਿਧਾਤੇ ਗੁਰੂ ਕਰਤਾਰ ਨੇ ਕਰਮ ਦੇ ਫਲ ਰੂਪੀ ਸਿਲੇ ਵਿੱਚ ਸਭ ਤੋਂ ਭੁਗਤਾਉਣੇ ਹਨ। ਕਰਮਾਂ ਦਾ ਜਾਂ ਕਰਮ ਕਰਨ ਹਾਰੇ ਪ੍ਰਾਣੀ ਦਾ ਇਸ ਕਰਮ ਜਾਂ ਇਹਨਾਂ ਕਰਮਾਂ ਦੇ ਕਰਨ ਵਿੱਚ ਕੋਈ ਵਸ ਜਾਂ ਵਾਸਤਾ ਨਹੀਂ। ਕਰਮ ਕਰਨ ਹਾਰੇ ਦੇ ਆਪਣੇ ਵਸ ਹੋਵੇ ਤਾਂ ਉਹ ਆਪਣੇ ਆਪ ਹੀ ਫਲ ਭੁਗਤਾ ਲਵੇ। ਕਰਮਾਂ ਦੇ ਵਸ ਦੀ ਗੱਲ ਹੋਵੇ ਤਾਂ ਕੇਵਲ ਕਰਮ ਹੀ ਪ੍ਰਧਾਨ ਨਾ ਬਣ ਬੈਠਣ। ਗੁਰਮਤ ਅੰਦਰ ਕਰਮ ਨਿਰਜੀਉ ਹਨ। ਇਹਨਾਂ ਅੰਦਰ ਆਪੇ ਫਲ ਭੁਗਤਾਉਣ ਦੀ ਸੱਤਾ ਨਹੀਂ। ਆਨਮਤ ਕਰਮ ਫਿਲਾਸਫੀ ਇਸ ਕਰਕੇ ਫੋਕਟ ਹੈ। ਨਿਰਬਾਣ ਪਦ ਆਨਮਤਾਂ ਅਨੁਸਾਰ, ਖਾਸ ਕਰ ਬੁੱਧ ਮਤ ਅਨੁਸਾਰ ਕਰਮਾਂ ਨੂੰ ਇੱਥੋਂ ਤਾਈਂ ਪ੍ਰਧਾਨਤਾ ਦਿੱਤੀ ਗਈ ਹੈ ਕਿ ਉੱਥੇ ਨਿਰਬਾਣ ਪਦ ਵੀ ਕਰਮਾਂ ਉੱਪਰ ਨਿਰਭਰ ਹੈ। ਸਿਖਰਲੇ ਸ੍ਰੇਸ਼ਟ ਕਰਮ ਹੀ ਉੱਥੇ ਨਿਰਬਾਣ ਰੂਪ ਗਰਦਾਨੇ ਗਏ ਹਨ। ਕਰਮ ਕਰਨਹਾਰਾ ਆਪੋ ਹੀ ਨਿਰਬਾਣ ਪਦ ਨੂੰ ਪੁੱਗਿਆ ਹੋਇਆ ਕੈਸੇ ਮੰਨਿਆ ਜਾ ਸਕਦਾ ਹੈ? ਆਨਮਤ ਕਰਮ ਨਿਰਬਾਣਤਾ ਪਦ ਤਿੰਨਾਂ ਮਤ ਅਵਲੰਬੀਆਂ ਨੂੰ ਅਹੰਗ ਮਤ ਮਤਸਰ ਅਤੇ ਓੜਕ ਕੋਰੇ ਅਤੇ ਫੋਕਟ ਨਾਸਤਕ ਬਣਾ ਦਿੰਦਾ ਹੈ। ਪਰਮਾਤਮਾ ਤੋਂ ਨਿਰੋਲ ਮੁਨਕਰ ਕਰਾ ਦਿੰਦਾ ਹੈ। ਅਹੰਗ ਬ੍ਰਹਮ ਅਸਮੀ ਦੀ ਇੱਲਤ ਵੀ ਇੱਥੋਂ ਹੀ ਚਿਮੜਦੀ ਹੈ। ਮੈਂ ਰੱਬ ਹਾਂ ਦਾ ਫੋਕਾ ਦਾਵਾ ਇਸ ਨਿਰਬਾਣ ਕਰਮ ਇਲਤੀ ਫਿਲਾਸਫੀ ਤੋਂ ਹੀ ਉਪਜਦਾ ਹੈ। ਇਹ ਨਿਰਬਾਣ ਕਰਮ ਇਲਤੀ ਫਿਲਾਸਫੀ ਹੀ ਨਾਸਤਕਾਂ ਦੀ ਜਾਨ ਹੈ। ਗੁਰਮਤ ਅੰਦਰ ਨਿਰੇ ਕਰਮਾਂ ਦੇ ਵਸ ਦੀ ਕੋਈ ਗੱਲ ਨਹੀਂ, ਨਾ ਹੀ ਕਰਮ ਕਰਨ ਹਾਰੇ ਪ੍ਰਾਣੀ ਦੇ ਕੁਝ ਵਸੀਕਾਰ ਹੈ। ਉਸ ਦੇ ਕੀਤੇ ਕਰਮਾਂ ਦਾ ਫਲ ਦੇਣਹਾਰ ਗੁਰੂ ਕਰਤਾਰ ਹੈ। ਸ਼ੁਭ ਅਸ਼ੁਭ ਕਰਮ ਜੋ ਵੀ ਪ੍ਰਾਣੀ ਕਰਦਾ ਹੈ ਉਸ ਦਾ ਫਲ ਭੁਗਤਾਣੀ ਸਵਾਬ ਜਾਂ ਅਜ਼ਾਬ ਸਭ ਕਰਤੇ ਪੁਰਖ ਦੇ ਵਸ ਹੈ। ਕੀਤੇ ਕਰਮਾਂ ਦਾ ਦੇਣਹਾਰ ਜਾਂ ਲੈਣਹਾਰ ਕਰਮ ਕਰਨਹਾਰ ਪ੍ਰਾਣੀ ਹੀ ਗਰਦਾਨਿਆ ਜਾਂਦਾ ਹੈ, ਨਾ ਕਿ ਫਲ ਭੁਗਤਾਉਣ ਹਾਰਾ ਸਮਰੱਥ ਕਰਤਾ ਪੁਰਖ। ਜਿੱਥੇ ਉਹ ਕਰਮਾਂ ਦੀ ਸ਼ਕਲ ਵਿੱਚ ਫਲ ਭੁਗਤਾਉਂਦਾ ਹੈ ਉੱਥੇ ਉਸੇ ਸ਼ਕਲ ਵਿੱਚ ਉਸਨੂੰ ਅਰਥਾਤ ਪੁਰਖ ਵਿਧਾਤੇ ਨੂੰ ਕਰਮਾਂ ਦਾ ਕਰਤਾ ਭੁਗਤਾ ਦਾਤਾ ਆਖਿਆ ਜਾਂਦਾ ਹੈ। ਪਰ ਇਸ ਤੋਂ ਕਰਮਾਂ ਦਾ ਕਰਨਹਾਰ ਪ੍ਰਾਣੀ ਆਪਣੀ ਕਰਮ ਗਤੀ ਤੋਂ ਗੈਰ ਜ਼ਿੰਮੇਵਾਰ ਨਹੀਂ ਸਮਝਿਆ ਜਾਂਦਾ। ਉਸ ਦੇ ਕਰਮਾਂ ਦੀ ਸਜ਼ਾ ਜਜ਼ਾ ਜਾਂ ਸਵਾਬ ਦੇਹੰਦੀ ਫਲ ਸਮਰੱਥਾ ਉਸ ਦੇ ਆਪਣੇ ਹੱਥ ਨਹੀਂ, ਬਲਕਿ ਕਰਮ ਫਲ ਪ੍ਰਦਾਤੇ ਗੁਰੂ ਕਰਤਾਰ ਦੇ ਵਸਗਤ ਹੈ। ਕਰਮ ਅਹੰਗ ਮਤਸਰੀ ਅਗਿਆਨੀ ਪੁਰਸ਼ ਸ਼ੁਭ ਕਰਮਾਂ ਦਾ ਕਰਨਹਾਰ ਤਾਂ ਆਪ ਖੁਦ ਬਣ ਕੇ ਬੈਠਦਾ ਹੈ ਅਤੇ ਅਸ਼ੁਭ ਕਰਮ ਕਿਸੇ ਹੋਰ ਤਾਕਤ ਦੇ ਮੱਥੇ ਮੜਦਾ ਹੈ, ਚਾਹੇ ਉਹ ਉਸ ਤਾਕਤ ਤੋਂ ਵਾਸਤਵ ਵਿੱਚ ਮੁਨਕਰ ਹੀ ਹੋਵੇ। ਪਰ ਬੁਰੇ ਕਰਮਾਂ ਦੀ ਬੁਰਾਈ ਦਾ ਜ਼ਿੰਮੇਵਾਰ ਠਹਿਰਾਉਣ ਨੂੰ ਕਿਸੇ ਹੋਰ ਤਾਕਤ ਨੂੰ ਗਰਦਾਨਦਾ ਹੈ। ਉੱਥੇ ਉਸ ਦੀ ਨਾਸਤਿਕਤਾ ਵੀ ਭੁਰ ਹੋ ਜਾਂਦੀ ਹੈ। ਗੁਰਮਤੋਂ ਸਖਣੇ ਜਿਤਨੇ ਵੀ ਮਨਮੁਖ ਹਨ ਸਭਨਾਂ ਅੰਦਰ ਨਾਸਤਿਕਤਾ ਦਾ ਅੰਸਰ ਬਹੁਤ ਕੰਮ ਕਰਦਾ ਹੈ। ਕਰਮ ਪ੍ਰਧਾਨ ਮੰਨਣ ਹਾਰਿਆਂ ਨਿਰਬਾਣ ਮਤੀਸ਼ਰੀ ਦਾਨਿਆਂ ਅੰਦਰ ਇਸ ਨਾਸਤਿਕਤਾ ਦੀ ਸਗੋਂ ਬਾਹਲੀ ਬਹੁਲਤਾ ਹੈ। ਉਹਨਾਂ ਦੇ ਨਿਰਬਾਣ ਆਸ਼ਰਤ ਕਰਮ ਵੀ ਸਭ ਹਾਸੋਹੀਣੇ ਹਨ। ਚੇਸ਼ਟਾ ਤ੍ਰਿਸ਼ਨਾ ਨੂੰ ਮਾਰਨਾ ਉਹ ਆਪਣੀ ਉਕਤੀ ਯੁਕਤੀ ਵਾਲੇ ਤਿਆਗ ਦੁਆਰਾ ਹੀ ਨਿਰਬਾਣ ਸਮਝਦੇ ਹਨ। ਜਿਹੜਾ ਇਨਸਾਨ ਸਮੂਹ ਸੰਸਾਰਕ ਵਾਸ਼ਨਾ ਤ੍ਰਿਸ਼ਨਾ ਤੋਂ ਉੱਕਾ ਹੀ ਨਿਰਵਾਸ ਅਤੇ ਨਿਰਚਾਰ ਹੋ ਗਿਆ, ਬਸ ਉਹ ਉਹਨਾਂ ਦੇ ਭਾਣੇ ਨਿਰਬਾਣ ਪਦ ਨੂੰ ਪ੍ਰਾਪਤ ਹੋ ਗਿਆ। ਹਠ ਯੋਗ ਵਾਲੇ ਤਿਆਗ ਦਾ ਮਸਲਾ ਹੀ ਅਸਲ ਨਿਰਬਾਣ ਪਦ ਦੀ ਪਹੁੰਚ ਤੋਂ ਅਸਕਤ ਹੈ। ਗੁਰਮਤ ਅੰਦਰ ਅਸਲ ਨਿਰਬਾਣ ਇਸ ਬਿਦ ਨਿਰਣਿਤ ਹੈ। ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾ ਨਿਰਬਾਣੇ
ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਨ, ਨਾਮ ਰਤਾ ਸੋਈ ਨਿਰਬਾਣ। ਆਸਾ ਮਹਲਾ ਪੰਜਵਾਂ। ਤਾਂ ਤੇ ਨਿਰਬਾਣ ਪਦ ਦੇ ਗਾਹਕ ਨੂੰ ਗ੍ਰਸਤ ਦੇ ਤਿਆਗ ਦੀ ਲੋੜ ਨਹੀਂ, ਨਾ ਹੀ ਹਠ ਯੋਗ ਨਾਲ ਟੱਕਰਾਂ ਮਾਰਨ ਦੀ ਕੋਈ ਜ਼ਰੂਰਤ ਹੈ। ਬਸ ਨਿਰਬਾਣ ਪਦ ਇੱਕ ਹਰ ਕੋ ਨਾਮ ਦੇ ਗੁਰਵਾਕ ਅਨੁਸਾਰ ਗੁਰਮਤ ਨਾਮ ਅਭਿਆਸ ਕਮਾਈ ਹੀ ਨਿਰਬਾਣ ਪਦ ਦੀ ਸੂਚਕ ਹੈ। ਇਸ ਤਤ ਨਿਰਬਾਣ ਪਦ ਲਈ ਹੂਰਤ ਕਰਮ ਕਮਾਉਣੇ ਸਭ ਨਿਸਫਲ ਹਨ। ਆਨਮਤੀਆਂ ਦੀ ਤਾਂ ਕਰਮ ਪ੍ਰਧਾਨਤਾ ਵਾਲੀ ਕੁਮਤ ਹੀ ਸਫਲ ਫਲ ਹੈ, ਜਿਸ ਦਾ ਕਿ ਗੁਰਮਤ ਅੰਦਰ ਉੱਕਾ ਹੀ ਵਿਧਾਨ ਨਹੀਂ, ਸਗੋਂ ਨਿਖੇਧ ਹੀ ਨਿਖੇਧ ਹੈ। ਨਿਰਾ ਕਰਮ ਫਲ ਪ੍ਰਧਾਨਤਾ ਦੀ ਸ਼ਕਤ ਤੇ ਆਸਕਤ ਹੈ, ਨਿਪੁੰਸਕ ਹੈ। ਤਾਂ ਤੇ ਕਰਮ ਦੀ ਪ੍ਰਧਾਨਤਾ ਕਿੱਥੇ ਤੇ ਕਿਵੇਂ ਰਹੀ? ਪ੍ਰਧਾਨਤਾ ਕੇਵਲ ਫਲ ਪ੍ਰਦਾਤੇ ਨੂੰ ਹੀ ਹੈ। ਕਰਮ ਫਲ ਪ੍ਰਦਾਤਾ ਸਰਬ ਸ਼ਕਤੀਸ਼ਰ ਵਾਹਿਗੁਰੂ ਹੀ ਹੈ, ਜਿਸ ਤੋਂ ਉੱਪਰ ਸ਼ਕਤੀਵਾਨ ਅਲਮਾਈਟੀ ਸ਼ਕਤ ਤਾਕਤ ਹੋਰ ਕਿਸੇ ਨੂੰ ਨਹੀਂ। ਕਰਮਾਂ ਦੀ ਸੁਫਲ ਫਲਾਣੀ ਤਾਕਤ ਸ਼ਕਤ ਕਰਤੇ ਪੁਰਖ ਨੂੰ ਹੀ ਸਵੈਭੰਗ ਸਰੂਪ ਵਿੱਚ ਪ੍ਰਾਪਤ ਹੈ। ਇਹ ਤਾਕਤ ਸ਼ਕਤ ਨਾ ਕਿਸੇ ਪ੍ਰਕਿਰਤੀ ਜੀਵ ਨੂੰ ਪ੍ਰਾਪਤ ਹੈ, ਨਾ ਪ੍ਰਕਿਰਤੀ ਕਿਰਤ ਨੂੰ। ਕਰਮ ਨੂੰ ਤਾਂ ਕੀ ਹੋਣੀ ਸੀ? ਤਿਸ ਤਾਕਤ ਨੂੰ ਸ੍ਰੀ ਜਪਜੀ ਸਾਹਿਬ ਦੀ 33ਵੀਂ ਪੌੜੀ ਵਿੱਚ ਜ਼ੋਰ ਦਾ ਪਦ ਦੇ ਕੇ ਦਰਸਾਇਆ ਗਿਆ ਹੈ ਤੇ ਨਿਰੂਪਣ ਕੀਤਾ ਗਿਆ ਹੈ ਕਿ ਇਹ ਜ਼ੋਰ ਤਾਕਤ ਸ਼ਕਤ ਮਾਈਟ ਨਾ ਤਾਂ ਆਖਣ ਭਾਖਣ ਕਰਕੇ ਮਿਲਦਾ ਹੈ, ਨਾ ਹੀ ਬੇਦ ਵਿਚਾਰੀ ਬੇਦ ਪਾਠ ਪੜਤਾਰੀ ਆਨਮਤ ਮੰਤਰੀ ਬੋਲ ਬੁਲਾਰੀ ਭਾਖਿਆ ਆਖ ਭਾਖਿਆ ਤੋਂ ਮਿਲਦਾ ਹੈ, ਨਾ ਹੀ ਆਨਮਤ ਕਰਮ ਕਰਮਾਰੀ ਮੋਨ ਚੁੱਪ ਸਾਧਿਆਂ ਮਿਲਦਾ ਹੈ। ਇਹ ਜ਼ੋਰ ਆਪ ਹੁਦਰੀ ਮੰਗਣ ਮੰਗਿਆਂ ਵੀ ਨਹੀਂ ਮਿਲਦਾ, ਨਾ ਹੀ ਦੇਣ ਦਾ ਧਾਰ ਦਾਤ ਸ਼ਕਤੀ ਦੇ ਦਾਤਾ ਬਣਿਆ ਮਿਲਦਾ ਹੈ। ਇਹ ਜ਼ੋਰ ਚਿਰੰਜੀਵੀ ਜੀਵਨ ਜੀਵਿਆਂ ਵੀ ਨਹੀਂ ਮਿਲਦਾ, ਨਾ ਹੀ ਅਹੰਗ ਮਤ ਮਰਨੀ ਮਰੀਵਿਆਂ ਮਿਲਦਾ ਹੈ। ਮਰਨ ਮੁਕਤ ਪਦ ਵਾਲੀ ਜੋਰ ਤਾਣ ਵਾਲੀ ਗੱਲ ਗੁਰਮਤ ਅੰਦਰ ਛੋਛੀ ਅਤੇ ਹੋਛੀ ਗਰਦਾਨੀ ਗਈ ਹੈ। ਇਹ ਤਾਣ ਕਲਾ ਬਲ ਨਾ ਹੀ ਰਾਜ ਕਰਕੇ, ਨਾ ਹੀ ਮਾਲ ਕਰਕੇ, ਨਾ ਹੀ ਮਨ ਸੰਕਲਪ ਸ਼ੋਰ ਸ਼ਰਾਬੇ ਵਾਲੇ ਅਲਪਗ ਅਤੇ ਮਸਨੂਈ ਧਿਆਨ ਜਮਾਇਆ ਮਿਲਦਾ ਹੈ। ਇਹ ਸਰਬ ਕਲਾ ਸਮਰੱਥਤਾ ਵਾਲਾ ਆਤਮ ਬਲ ਤਾਣ ਜੋਰ ਸੁਰਤੀਆਂ ਸਿਮਰਤੀਆਂ ਦੇ ਖੁਸ਼ਕ ਗਿਆਨ ਵਿਚਾਰ ਦੁਆਰਾ ਪ੍ਰਾਪਤ ਨਹੀਂ ਹੁੰਦਾ, ਨਾ ਹੀ ਇਹ ਜੋਰ ਸਮਰੱਥਤਾ ਸੰਪੰਨ ਆਮ ਬਲ ਸੰਸਾਰ ਤੋਂ ਤਿਆਗ ਛੁਟਕਾਰੇ ਦੀਆਂ ਜੁਗਤੀਆਂ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਆਪਣੇ ਤਾਣ ਆਪਣੇ ਕਰਮਾਂ ਦੇ ਆਸਰੇ ਆਪੋਂ ਕੋਈ ਉੱਤਮ ਨਹੀਂ ਬਣ ਸਕਦਾ। ਕਰਮ ਵਿਕਰਮੀ ਨੀਚਤਾ ਵਾਲਾ ਫਲ ਪ੍ਰਦਾਤਾ ਵੀ ਇੱਕੋ ਅਕਾਲ ਪੁਰਖ ਹੈ, ਆਪੋਂ ਕੋਈ ਉੱਤਮ ਨੀਚ ਨਹੀਂ ਬਣ ਕਹਾ ਸਕਦਾ। ਜਿਸ ਸਰਬ ਕਲਾ ਸਮਰੱਥ ਅਕਾਲ ਪੁਰਖ ਦੇ ਹੱਥ ਵਸ ਵਿੱਚ ਸਾਰਾ ਬਲ ਤਾਣ ਜ਼ੋਰ ਹੈ, ਉਹੀ ਬਲ ਜ਼ੋਰ ਮਨੁੱਖਾਂ ਨੂੰ ਬਖਸ਼ ਸਕਦਾ ਹੈ ਅਤੇ ਬਲਵਾਨ ਬਣਾ ਕੇ ਵੇਖਦਾ ਵਿਗਸਦਾ ਹੈ। ਯਥਾ ਗੁਰਵਾਕ ਆਖਣ ਜੋਰ ਚੁੱਪੈ ਨਹ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹ ਜੋਰ, ਜੋਰ ਨਾ ਰਾਜ ਮਾਲ ਮਨ ਸ਼ੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਪਜੀ ਸਾਹਿਬ। ਪਿਛਲੇ ਜਨਮ ਦੇ ਕਰਮਾਂ ਦਾ ਫਲ ਭੁਗਤਾਉਣ ਲਈ ਇਸ ਜਨਮ ਵਿੱਚ ਜੀਵਾਂ ਦੇ ਜੰਮਣ ਕਾਲ ਤੋਂ ਲੈ ਕੇ ਮਰਨ ਤਾਈਂ ਦੀ ਕਿਰਿਆ ਵਿੱਚ ਅਕਾਲ ਪੁਰਖ ਦੀ ਅਜ਼ਗੈਬੀ ਕਲਾ ਦਾ ਹੱਥ ਹੈ। ਆਪਣੀ ਆਯੂ ਦੇ ਪਹਿਲੇ ਪਹਿਰੇ ਵਿੱਚ ਜਦੋਂ ਜੀਵ ਮਾਤਾ ਦੇ ਗਰਭ ਵਿੱਚ ਆਉਂਦਾ ਹੈ ਤਾਂ ਉੱਥੇ ਉਸ ਅੰਧਕਾਰ ਵਿੱਚ ਉਸ ਦੀ ਪਾਲਣਾ ਕਰਨਹਾਰਾ ਗਾਇਬੁਲ ਪ੍ਰਸਤ ਵਾਹਿਗੁਰੂ ਹੀ ਹੈ। ਜੀਵਾਂ ਦੇ ਪਿਛਲੇ ਕਰਮਾਂ ਅਨੁਸਾਰ ਕਰਮ ਭੁਗਤਣੀ ਗਰਭ ਵਿੱਚ ਵਾਸਾ ਦਿੰਦਾ ਹੈ। ਜਿਹੋ ਜਿਹਾ ਜਨਮ ਦੇਣਾ ਹੁੰਦਾ ਹੈ, ਉਹ ਜਿਹੀ ਗਰਭਨੀ ਕੁਲ ਕਰਮਨੀ ਮਾਤਾ ਦੀ ਕੁੱਖ ਵਿੱਚ ਜਾ ਪੈਂਦਾ ਹੈ। ਅਮੀਰ ਕੁਲ ਕਰਮਨੇ ਜੀਵ ਇਸ ਜਨਮ ਵਿੱਚ ਆਉਣ ਲਈ ਅਮੀਰ ਖਾਨਦਾਨ ਪਰਵਨੀ ਮਾਤਾ ਦੇ ਗਰਭ ਵਿੱਚ ਆਏ ਪੈਂਦਾ ਹੈ ਅਤੇ ਗਰੀਬ ਕੁਲ ਕਰਮੀ ਪੂਰਬਲੇ ਅੰਕੁਰ ਸਫੁੱਟੀ ਕਰਮਾਂ ਕਰ ਗਰੀਬ ਘਰਾਣੇ ਦੀ ਜਨਾਨੀ ਦੇ ਕੁੱਖ ਵਿੱਚ ਆਏ ਪ੍ਰਵੇਸ਼ ਹੁੰਦਾ ਹੈ। ਆਪੋ ਨਹੀਂ, ਕਰਤਾ ਪੁਰਖ ਦੇ ਹੁਕਮ ਅਨੁਸਾਰ ਇਸ ਦੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਜੀਵ ਨੂੰ ਇਸ ਜਨਮ ਵਿੱਚ ਭੁਗਤਾਉਂਦਾ ਹੈ। 10 ਮਾਸ ਗਰਭ ਅਗਨ ਦੀ ਮਾਰ ਤੋਂ ਬਚਾ ਕੇ ਰੱਖਣਾ ਕੇਵਲ ਸਮਰੱਥ ਪੁਰਖ ਦੀ ਹੀ ਸਮਰੱਥਤਾ ਹੈ। ਇਸ ਜਨਤਾ ਵਸ ਕਿਛ ਵੀ ਨਹੀਂ। ਜਨਮ ਲੈਣ ਵਾਲੇ ਜੀਵ ਦੀ ਆਯੂ ਦਾ ਕਰਮ ਮੁਹਤਲੀ ਟੇਵਾ ਪਹਿਲਾਂ ਹੀ ਲਿਖਤ ਵਿੱਚ ਲਿਖ ਦਿੱਤਾ ਹੁੰਦਾ ਹੈ। ਇਸ ਮੁਹਲਤ ਵਿੱਚ ਜੋ ਜੋ ਕਰਮ ਜੀਵ ਤੋਂ ਕਰਾਉਣੇ ਹੁੰਦੇ ਹਨ, ਉਹ ਉਸ ਦੇ ਪੂਰਬਲੇ ਕਰਮਾਂ ਦੀ ਭੁਗਤ ਰੇਖਾ ਅਨੁਸਾਰ ਹੀ ਹੁੰਦੇ ਹਨ, ਜਿਸ ਦੇ ਕਰਨੋਂ ਉਹ ਟਲ ਨਹੀਂ ਸਕਦਾ। ਧੁਰ ਲਿਖਤਕਾਰ ਜੋ ਲਿਖੀ ਹੋਈ ਹੁੰਦੀ ਹੈ,
ਉਹਨਾਂ ਕਰਮਾਂ ਦੇ ਕਾਰਨ ਜੀਵ ਚੰਡਾਲ ਦੇ ਘਰ ਚੰਡਾਲਣੀ ਦੇ ਪੇਟੋਂ ਜਨਮ ਲੈ ਕੇ ਚੰਡਾਲਾਂ ਵਾਲੇ ਕਰਮ ਹੀ ਕਰੇਗਾ। ਪਾਰਸਾਵਾਂ ਦੇ ਘਰ ਜਨਮ ਲੈ ਕੇ ਅਤੇ ਪਾਰਸਾਣੀ ਦੇ ਪੇਟੋਂ ਜਨਮ ਕਰ ਪਾਰਸਾਵਾਂ ਵਾਲੇ ਹੀ ਕਰਮ ਕਰੇਗਾ। ਜਿਸ ਪਰਿਵਾਰ ਵਿਖੇ ਜਨਮ ਲੈਂਦਾ ਹੈ ਤਿਸ ਦੇ ਭੀਤਰ ਹੀ ਪ੍ਰਭੂ ਪਰਮਾਤਮਾ ਨੇ ਜੀਵ ਨੂੰ ਸੰਜੋਇਆ ਹੈ, ਕਰਮ ਸੰਜੋਣੀ ਜਨਮ ਦਿੱਤਾ ਹੈ। ਜਿਹੜੇ ਉਸ ਪਰਿਵਾਰ ਮੰਡਲ ਜਨਤਾ ਦੇ ਜਨਮ ਸੁਜਨਮੀ ਕਰਮ ਹਨ, ਤਿਹੋ ਜਿਹੇ ਕਰਮ ਇਸ ਨਵ ਜਨਮੀ ਜੀਵ ਜੰਤ ਨੂੰ ਵੀ ਕਰਨੇ ਪੈਣਗੇ। ਪਿਛਲੇ ਕਰਮਾਂ ਦਾ ਫਲ ਉਸਨੂੰ ਇਸ ਜਨਮ ਵਿਖੇ ਭੁਗਤਣਾ ਪਵੇਗਾ। ਭੁਗਤਾਉਣ ਵਾਲਾ ਪ੍ਰਭੂ ਪਰਮਾਤਮਾ ਹੈ। ਇਸ ਜੰਤ ਦੇ ਵਸ ਵਿੱਚ ਕਿਛ ਨਹੀਂ। ਸਧਾਰਨ ਕਰਮ ਅਤੇ ਸੁਕਰਮ ਉਸ ਤੋਂ ਆਪ ਹੀ ਕਰਮ ਫਲ ਪ੍ਰਦਾਤਾ ਕਰਤਾ ਪੁਰਖ ਕਰਾਉਂਦਾ ਹੈ। ਯਥਾ ਗੁਰਵਾਕ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਧਰ ਪਾਇਤਾ ਉਦਰੈ ਮਾਹੇ, ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ, ਕਰ ਮੁਹਲਤ ਕਰਮ ਕਮਾਹੇ, ਮੁਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਧੁਰ ਪਾਇਆ, ਮਾਤ ਪਿਤਾ ਭਾਈ ਸੁਤ ਬਨਿਤਾ, ਤਿਨ ਭੀਤਰ ਪ੍ਰਭੂ ਸੰਜੋਇਆ। ਕਰਮ ਸੁਕਰਮ ਕਰਾਏ ਆਪੇ, ਇਸ ਜਨਤੈ ਵਸ ਕਿਛ ਨਾਹੇ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਧਰ ਪਾਇਤਾ ਉਦਰੈ ਮਾਹੇ। ਸ੍ਰੀ ਰਾਗ ਮਹਲਾ ਪੰਜਵਾਂ। ਜਿਸ ਜਿਸ ਮਾਤ ਪਿਤਾ ਬਨਿਤਾ ਸੁਤ ਭਾਈ ਦੇ ਸੰਗ ਸੰਜੋਗ ਜੁੜ ਕੇ ਪਿਛਲੇ ਜਨਮ ਦੀ ਕਰਮ ਰੇਖਾ ਅਨੁਸਾਰ ਲਿਖੇ ਹੋਏ ਹੋਣਗੇ, ਤਿਨਾਂ ਭੀਤਰ ਹੀ ਸੰਜੋਗ ਅਨੁਸਾਰ ਉਹ ਜਨਮ ਲਏਗਾ। ਤਿਨਾਂ ਸੰਗ ਜੁੜੇ ਸੰਜੋਗਾਂ ਅਨੁਸਾਰ ਹੀ ਉਹ ਇਸ ਜਨਮ ਵਿਖੇ ਕਰਮ ਕਮਾਏਗਾ। ਜਿੱਥੋਂ ਤਾਈਂ ਕਰਮ ਸੰਜੋਗੀ ਅਤੇ ਸੰਜੋਗ ਭੋਗੀ ਕਰਮਾਂ ਦਾ ਲੇਖਾ ਹੈ, ਉੱਥੋਂ ਤਾਈਂ ਤਿਨਾਂ ਪੂਰਬ ਸੰਜੋਗੀ ਕਰਮਾਂ ਨੂੰ ਭੁਗਤਾਉਣ ਲਈ ਲਿਖਤੀ ਰੇਖਾ ਅਨੁਸਾਰ ਹੀ ਕਰਮ ਕਰੇਗਾ। ਮੋਲਤ ਕਰਮਨੀ ਰੇਖਾ ਪੂਰਬਲੀ ਜਦੋਂ ਮੁੱਕ ਗਈ, ਫੇਰ ਅਗਲੇਰੇ ਕਰਮ ਉਹ ਆਪਣੀ ਕਰਮ ਭੂਮੀ ਵਿੱਚ ਵੱਖਰੇ ਬੋਵੇਗਾ। ਜਿਸ ਦਾ ਲੇਖਾ ਉਸ ਨੂੰ ਭੁਗਤਾਉਣ ਹਾਰਾ ਅੱਗੇ ਚੱਲ ਕੇ ਭੁਗਤਾਵੇਗਾ। ਮਨਮੁਖੀ ਜੀਵ ਜੋ ਕਰਮ ਨਵੇਂ ਸਿਰਿਓਂ ਪਿਛਲੇ ਕਰਮਾਂ ਦਾ ਲੇਖਾ ਭੁਗਤਾਏ ਕੇ ਕਰਨਗੇ ਅਤੇ ਮਨਮੁਖੀ ਕਰਮ ਕਰਦੇ ਹੀ ਮਰ ਜਾਣਗੇ, ਉਹ ਸਦਾ ਹੀ ਦੁਹੇਲੇ ਰਹਿਣਗੇ, ਕਿਉਂਕਿ ਇਹ ਮਨੁੱਖਾ ਜਨਮ ਉਹਨਾਂ ਨੂੰ ਫੇਰ ਨਹੀਂ ਮਿਲੇਗਾ। ਰੱਬ ਸਬੱਬੀ ਹੀ ਭਾਵੇਂ ਮਿਲੇ। ਜਿਹੜੇ ਗੁਰਮੁਖ ਜਨ ਪੂਰੇ ਸਤਿਗੁਰੂ ਦੇ ਸਿੱਖ ਸੇਵਕ ਬਣ ਕੇ ਸਤਿਗੁਰੂ ਦੀ ਦਰਸਾਈ ਦ੍ਰਿੜਾਈ ਸੇਵਾ ਭਾਵਨਾ ਭਗਤੀ ਕਰਨਗੇ, ਉਹ ਅਗਲੀ ਦਰਗਾਹ ਵਿੱਚ ਜਾ ਕੇ ਸਦਾ ਹੀ ਸੁਹੇਲੇ ਰਹਿਣਗੇ। ਇਸ ਨਵੀਨ ਯੁਗ ਜਨਮੀ ਧਰਤੀ ਵਿਖੇ ਜਿਹਾ ਨਵੀਨ ਕਰਮ ਬੀਜ ਉਹ ਬੋਵਣਗੇ, ਤਿਹਾ ਹੀ ਉਹ ਕਰਮ ਭੂਮੀ ਬੀਜ ਬੀਜੇ ਅਨੁਸਾਰ ਅੱਗੇ ਜਾ ਕੇ ਜਾਂ ਅਗਲੇ ਜਨਮ ਵਿਖੇ ਉਹ ਪੁੰਚਣਗੇ, ਖਾਣਗੇ। ਭਗਤੀ ਕਰਨ ਹਾਰੇ ਭਗਤ ਜਨ ਤਾਂ ਅੱਗੇ ਜਾ ਕੇ ਵਾਹਿਗੁਰੂ ਦੇ ਦਰਬਾਰ ਵਿੱਚ ਸ਼ੋਭਾ ਪਾਉਣਗੇ, ਸੋਣਗੇ ਅਤੇ ਮਨਮੁਖ ਪਏ ਜਨਮਾਂ ਵਿਖੇ ਨਾਨਾ ਪ੍ਰਕਾਰੀ ਗਰਭ ਜੋਨੀਆਂ ਵਿੱਚ ਭੌਂਦੇ ਭਰਮਦੇ ਤੇ ਭਟਕਦੇ ਭਟਕ ਭਟਕ ਕੇ ਚੋਟਾਂ ਖਾਂਦੇ ਰਹਿਣਗੇ। ਇਹ ਪੰਚਮ ਗੁਰੂ ਨਾਨਕ ਸਾਹਿਬ ਦਾ ਨਿਜ ਉਚਰਨੀ ਵਾਕ ਹੈ। ਵਾਹਿਗੁਰੂ ਗੋਬਿੰਦ ਦਾ ਲਿਖਿਆ ਧੁਰ ਲੇਖ ਕਦੇ ਮਿਟਦਾ ਨਹੀਂ। ਮਨਮੁਖ ਆਪਣਾ ਕਮਾਣਾ ਸਾਥ ਲੈ ਕੇ ਹੁਕਮ ਦੇ ਬੱਧੇ ਪਛੋਤਾਉਂਦੇ ਹੀ ਉੱਠ ਜਾਣਗੇ ਅਤੇ ਜ਼ਰੂਰ ਜੰਮਾਂ ਦੇ ਵਸ ਪੈਣਗੇ, ਜਿਨ੍ਹਾਂ ਤੋਂ ਛੁਟਕਾਰਾ ਕਦੇ ਨਹੀਂ ਹੋਣਾ। ਅੰਤਕਾਲ ਉਹ ਇੱਕ ਰੱਤੀ ਵੀ ਬਿਲਮ ਨਹੀਂ ਲੱਗਣ ਦੇਣਗੇ ਜਾਨ ਕੱਢਣ ਵਿੱਚ, ਕਿਉਂਕਿ ਉਹਨਾਂ ਦੇ ਤਕੜੇ ਜਮ ਜਫੜੇ ਵਾਲੇ ਹੱਥ ਪਏ ਹੋਣਗੇ। ਯਥਾ ਗੁਰਵਾਕ ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨ ਦੇਵਨੀ ਵਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹਾਥ। ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ, ਜਿਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਾਹ ਸਦਾ ਸੁਹੇਲੇ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ, ਕਹੋ ਨਾਨਕ ਭਗਤ ਸੋਹੈ ਦਰਬਾਰੇ, ਮਨਮੁਖ ਸਦਾ ਭਵਾਤ। ਸ੍ਰੀ ਰਾਗ ਮਹਲਾ ਪੰਜਵਾਂ। ਸਰੀਰ ਧਰਤੀ ਰੂਪੀ ਕਰਮ ਭੂਮ ਪਰ ਜੈਸਾ ਬੀਜ ਕੋਈ ਬੋਵੇਗਾ ਬੀਜੇਗਾ ਸੋਈ ਖਾਏਗਾ। ਬੀਜ ਬੋਏ ਨੂੰ ਫਲ ਲਾ ਕੇ ਫਲ ਭੁਗਤਾਉਣੀ ਕਰਮ ਫਲ ਪ੍ਰਦਾਤੇ ਪੁਰਖ ਵਿਧਾਤੇ ਦੇ ਅਖਤਿਆਰ ਹੈ। ਸਿਰਜਣਹਾਰ ਕਰਤੇ ਪੁਰਖ ਨੇ ਆਪ ਹੀ ਸਾਰੀ ਸ੍ਰਿਸ਼ਟੀ ਉਪਾਈ ਹੈ ਅਤੇ ਇਸ ਨਿਜ ਉਪਾਈ ਸ੍ਰਿਸ਼ਟੀ ਵਿੱਚ ਉਪਾਏ ਜਾਏ ਜੀ ਜੰਤ ਨੂੰ ਸਾਰਿਆਂ ਜੀਵਾਂ ਨੂੰ ਆਪੇ ਹੀ ਰਿਜ਼ਕ ਸੰਭਾ ਰਿਹਾ ਹੈ। ਸਭਨਾਂ ਦਾ ਰਾਜ਼ਕ ਮਾਲਕ ਪ੍ਰਤਪਾਲਕ ਉਹੀ ਇੱਕ ਪਾਰ ਬ੍ਰਹਮ ਪਰਮੇਸ਼ਵਰ ਸ੍ਰਿਸ਼ਟੀ ਨਾਥ ਹੈ। ਜਿਹੜੇ ਉਸ ਰਾਜ਼ਕ ਰਿਜ਼ਕ ਦਾਤੇ ਦੀ ਦਿੱਤੀ ਰੋਜ਼ੀ ਰਿਜ਼ਕ ਤੇ ਸਾਬਰ ਸ਼ਾਕਰ ਨਹੀਂ ਰਹਿੰਦੇ, ਕਨਾਤ ਕਰ ਨਹੀਂ ਬਹਿੰਦੇ, ਸੰਤੁਸ਼ਟ ਨਹੀਂ ਹੁੰਦੇ, ਉਹ ਵਲ ਛਲ ਕਰਕੇ ਰੋਜ਼ੀ ਕਮਾਉਂਦੇ ਅਤੇ ਖੋਟੀਆਂ ਕਮਾਈਆਂ ਕਰ ਕਰ ਖਾਂਦੇ ਪੈਂਦੇ ਹਨ।
ਅਤੇ ਅਜਿਹੀ ਖੋਟੀ ਕਮਾਈ ਕਰਨ ਲੱਗਿਆਂ ਅਰਲ ਬਰਲ ਕੂੜ ਕੁਸੱਤ ਮੂੰਹੋਂ ਕੱਢ ਕੇ ਝੂਠ ਬੋਲ ਕੇ ਵਰਤੋਂ ਵਿਵਹਾਰ ਸੰਸਾਰ ਵਿਖੇ ਕਰਦੇ ਹਨ। ਤਿਸ ਕੂੜ ਠੱਗੀ ਦਾ ਫਲ ਉਹ ਆਪੋ ਆਪਣੇ ਖੋਟੇ ਕਰਮਾਂ ਕਰ ਪੁੰਚਦੇ ਹਨ। ਪੁੰਚਾਉਣਹਾਰਾ ਆਪ ਤਜਿਹੀ ਹੀ ਸਜ਼ਾ ਜਜ਼ਾ ਵਿੱਚ ਹੋਰ ਖੋਟੇ ਕਰਮ ਉਹਨਾਂ ਤੋਂ ਕਰਾਉਂਦਾ ਹੈ। ਉਹ ਸਜ਼ਾ ਦੇਹੰਦ ਦੀ ਤਾੜਨਾ ਰੂਪੀ ਭਾਵਨੀ ਦੁਆਰਾ ਜੋ ਵੀ ਭਾਗ ਭੁਗਤਾਉਣੀ ਸਜ਼ਾ ਉਹਨਾਂ ਨੂੰ ਮਿਲਣੀ ਹੈ, ਤਿਹੋ ਜਿਹੇ ਖੋਟੇ ਕਰਮਾਂ ਵਿੱਚ ਉਹਨਾਂ ਨੂੰ ਪਰਵਿਰਤ ਅਤੇ ਖਚਿਤ ਕੀਤਾ ਜਾਂਦਾ ਹੈ। ਉਹ ਕਰਮ ਉਹਨਾਂ ਨੂੰ 84 ਦੇ ਗੇੜ ਦੀਆਂ ਹੋਰ ਸਜ਼ਾਵਾਂ ਦਿਵਾਉਂਦੇ ਹਨ। ਜੋ ਸ਼ੁਭ ਕਰਮ ਬੀਜ ਬੋਂਦੇ ਹਨ, ਆਪਣੀ ਨਵੀਨ ਕਰਮ ਭੂਮਮਈ ਸਰੀਰ ਧਰਤੀ ਵਿੱਚ ਉਹਨਾਂ ਨੂੰ ਸ਼ੁਭ ਕਰਮ ਅੰਕੂਰੀ ਸੁਫਲ ਫਲ ਇਹ ਮਿਲਦਾ ਹੈ ਕਿ ਉਹਨਾਂ ਨੂੰ ਸ੍ਰੇਸ਼ਟ ਕਰਮਾਂ ਸਿਰ ਅਤ ਸ੍ਰੇਸ਼ਟ ਕਰਮ ਸੱਚੇ ਨਾਮ ਦੀ ਅਭਿਆਸ ਕਮਾਈ ਦਾ ਦੜਾਵਣਾ ਬੁਝਾਵਣਾ ਮਿਲਦਾ ਹੈ ਅਤੇ ਨਾਮ ਦੇ ਅਖੁੱਟ ਅਤੇ ਅਤੁੱਟ ਭੰਡਾਰ ਗੁਰੂ ਦੁਆਰਿਓਂ ਉਹਨਾਂ ਨੂੰ ਮਿਲਦੇ ਹਨ ਅਤੇ ਪਹੁੰਚਾਏ ਜਾਂਦੇ ਹਨ। ਜੋ ਜਨ ਵਾਹਿਗੁਰੂ ਨੂੰ ਚੇਤ ਕੇ ਸਿਮਰ ਕੇ ਖਾਂਦੇ ਪੀਂਦੇ ਪਹਿਨਦੇ ਹਨ, ਤਿਨਾਂ ਦਾ ਖਾਣਾ ਪੀਣਾ ਪਹਿਨਣਾ ਸਫਲ ਹੈ ਅਤੇ ਜਿਹੜੇ ਪ੍ਰਾਣੀ ਨਾਮ ਨਹੀਂ ਜਪਦੇ, ਤਿਨਾਂ ਨਾਮੋਂ ਭੁੱਲਿਆਂ ਨੂੰ ਅਜਿਹੀ ਭੁੱਲ ਪਾਈ ਹੈ ਕਿ ਉਹ 10 ਨੋਹਾਂ ਦੀ ਕਮਾਈ ਵੀ ਨਹੀਂ ਕਰ ਸਕਦੇ। ਖੋਟੀਆਂ ਉਪਜੀਵਕਾਂ ਕਰਦਿਆਂ ਹੋਇਆਂ ਉਹਨਾਂ ਪਾਸੋਂ ਅਗਲਾ ਖਟਿਆ ਕਮਾਇਆ ਵੀ ਉੱਡ ਜਾਂਦਾ ਹੈ। ਓੜਕ ਉਹ ਲੋਕਾਂ ਪਾਸੋਂ ਮੰਗ ਕੇ ਖਾਣ ਨੂੰ ਹੱਥ ਅੱਡੀ ਫਿਰਦੇ ਹਨ। ਯਥਾ ਗੁਰਵਾਕ ਸ੍ਰਿਸ਼ਟ ਉਪਾਈ ਸਭ ਤੁਧ ਆਪੇ ਰਿਜ਼ਕ ਸੰਭਾਹਿਆ, ਇੱਕ ਵਲਛਲ ਕਰਕੇ ਖਾਮਦੇ ਮੂੰਹੋਂ ਕੂੜ ਕੁਸਤ ਤਿਨੀ ਢਾਇਆ, ਤੁਧ ਆਪੇ ਭਾਵੈ ਸੋ ਕਰੈ ਤੁਧ ਉਤੈ ਕੰਮ ਓਏ ਲਾਇਆ, ਇਕ ਨਾ ਸੱਚ ਬੁਝਾਇਓਨ ਤਿਨਾ ਅਤੁੱਟ ਭੰਡਾਰ ਦਿਵਾਇਆ, ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਤਡਾਇਆ। ਨਿਗੁਰੇ ਗੁਰੂ ਹੀਣੇ ਮੀਣੇ ਮਨਮੁੱਖਾਂ ਦੇ ਕਰਮ ਕਮਾਵਣੇ ਐਸੇ ਹੀ ਨਿਸਫਲ ਹਨ ਜਿਵੇਂ ਸੁਹਾਗਹੀਣੀ ਦੁਹਾਗਣ ਰੰਨ ਦੇ ਤਨ ਸਿੰਗਾਰ ਲਗਾਵਣੇ ਨਿਸਫਲ ਹਨ। ਨਿਖਸਮੀ ਦੇ ਸਿੰਗਾਰ ਕਾਦੇ ਹਨ, ਸਭ ਬਿਰਥੇ ਹਨ। ਤੈਸੇ ਮਨਮੁੱਖਾਂ ਦੇ ਕਰਮ ਹਨ, ਉਹਨਾਂ ਦੀ ਕਮਾਈ ਅਜਾਈ ਹੀ ਜਾਂਦੀ ਹੈ। ਮਨਮੁਖੀ ਕਰਮ ਕੀਤਿਆਂ ਸੱਚਾ ਸੁਹਾਗ ਭਾਗ ਪਰਮਾਰਥ ਦੀ ਪ੍ਰਾਪਤੀ ਦਾ ਨਹੀਂ ਲਈਦਾ। ਜਿਵੇਂ ਦੁਹਾਗਣੀ ਦੀ ਸੇਜੇ ਕੰਤ ਨਹੀਂ ਆਉਂਦਾ, ਤਿਵੇਂ ਮਨਮੁਖੀ ਜਗਿਆਸੂ ਇਸਤਰੀ ਸਦਾ ਪਿਰ ਬਿਹੂਣੀ ਹੀ ਰਹਿੰਦੀ ਹੈ। ਉਸ ਨੂੰ ਮਨਮੁਖੀ ਕਰਮ ਕਰਕੇ ਕੁਝ ਵੀ ਤ੍ਰਿਪਤੀ ਨਹੀਂ ਹੁੰਦੀ, ਸਗੋਂ ਮਨਮੁਖੀ ਕਰਮ ਕਰਕੇ ਨਿਤ-ਨਿਤ ਖੁਆਰੀ ਹੀ ਰਹਿੰਦੀ ਹੈ। ਜਿਉਂ-ਜਿਉਂ ਮਨਮੁਖੀ ਕਰਮ ਕਰਦੀ ਹੈ, ਤਿਉਂ-ਤਿਉਂ ਖੱਜਲ ਖੁਆਰ ਹੀ ਹੁੰਦੀ ਫਿਰਦੀ ਹੈ। ਨਾ ਹੀ ਉਸ ਦੀ ਘਾਲ ਇਸ ਲੋਕ ਵਿੱਚ ਥਾਂ ਪੈਂਦੀ ਹੈ, ਨਾ ਹੀ ਉਸ ਨੂੰ ਦਰਗਾਹ ਢੋਈ ਮਿਲਦੀ ਹੈ। ਸੱਚੇ ਪਿਰ ਰਿਸਾਲੂ ਵਾਹਿਗੁਰੂ ਪਰਮਾਤਮਾ ਦਾ ਮਹਿਲ ਉਹਨਾਂ ਨੂੰ ਕਦੇ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਮਨਮੁਖਤਾ ਉਹਨਾਂ ਨੂੰ ਇਸ ਲੋਕ ਵਿਖੇ ਸਤਿਗੁਰੂ ਦੇ ਦਰੋਂ ਘਰੋਂ ਸਦਾ ਬੇਮੁਖ ਰੱਖਦੀ ਹੈ। ਉਹਨਾਂ ਨੂੰ ਕਿਸੇ ਘਰ-ਬਾਰ ਵਿਖੇ ਵੀ ਟਿਕਾਣਾ ਲੈਣਾ ਨਹੀਂ ਸੁਝਦਾ। ਸੱਚਾ ਗੁਰੂ ਦੁਆਰਾ ਦਰਬਾਰ ਤਾਂ ਉਹਨਾਂ ਨੂੰ ਕੀ ਦਿਸਣਾ ਸੀ। ਕੋਈ ਗੁਰਮੁਖ ਹੀ ਗੁਰੂ ਦੇ ਘਰ-ਦਰ ਨੂੰ ਪ੍ਰਾਪਤ ਹੁੰਦਾ ਹੈ ਅਤੇ ਸੱਚੇ ਕਰਮ ਗੁਰਮਤ ਕਰਮ ਕਮਾਉਣ ਦੀ ਸੱਚੀ ਬੁੱਝਣੀ ਬੁੱਝਦਾ ਹੈ। ਇਹ ਸੱਚੀ ਬੁੱਝਣੀ ਬੁੱਝੇ ਬਿਨਾਂ ਕਰਮ ਕਮਾਉਣੇ ਮਨੁੱਖਾ ਜਨਮ ਰੂਪੀ ਰਤਨ ਪਦਾਰਥ ਨੂੰ ਅਜਾਈਂ ਖੋਵਣਾ ਹੈ। ਇਹ ਦਾਤ ਸੱਚੇ ਸੁੱਚੇ ਕਰਮਾਂ ਦੀ ਦਾਤ ਦਾਤਾ ਵਾਹਿਗੁਰੂ ਕਰਤਾ ਪੁਰਖ ਆਪੇ ਆਪਣੀ ਨਦਰ ਕਰ ਦੇਵੇ ਤਾਂ ਹੀ ਪਾਈਦੀ ਹੈ। ਹੋਰ ਕਰਨ ਪਲਾਵ ਕੀਤਿਆਂ ਕੁਝ ਨਹੀਂ ਬਣਦਾ। ਇਹ ਦਾਤ ਦੇਵਣ ਵਾਲੇ ਗੁਰੂ ਕਰਤਾਰ ਦੇ ਹੱਥ ਹੈ ਅਤੇ ਕਰਤਾਰ ਦੀ ਨੀਤ ਅਨੁਸਾਰ ਗੁਰੂ ਦੁਆਰੇ ਹੀ ਪਾਈਦੀ ਹੈ ਅਤੇ ਕਰਮਾਂ ਅਨੁਸਾਰ ਹੀ ਮਿਲਦੀ ਹੈ। ਕਰਮਾਂ ਉੱਤੇ ਹੀ ਨਦਰ ਹੁੰਦੀ ਹੈ। ਜਿਹੇ ਕਰਮ ਕੋਈ ਕਮਾਉਂਦਾ ਹੈ, ਤਿਹੋ ਜਿਹੀ ਨਦਰ ਹੁੰਦੀ ਹੈ ਅਤੇ ਤਿਹੋ ਜਿਹਾ ਹੀ ਫਲ ਮਿਲਦਾ ਹੈ। ਸਭ ਕੁਝ ਕਰਮ ਫਲ ਪਰਦਾਤੇ ਦਾਤਾਰ ਗੁਰੂ ਕਰਤਾਰ ਦੇ ਹੱਥ ਵਸ ਹੈ। ਉੱਪਰਲਾ ਭਾਵ ਐਨ ਹੇਠਲੇ ਗੁਰਵਾਕ ਅਨੁਸਾਰ ਠੀਕ ਉਤਰਦਾ ਹੈ। ਮਨਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸਿੰਗਾਰ ਸੇਜੈ ਕੰਤ ਨ ਆਵਈ ਨਿਤ ਨਿਤ ਹੋਏ ਖੁਆਰ ਪਿਰ ਕਾ ਮਹਿਲ ਨ ਪਾਵਈ ਨਾ ਦੀਸੈ ਘਰ ਬਾਰ। ਸ੍ਰੀ ਰਾਗ ਮਹਲਾ ਤੀਜਾ। ਭਾਈ ਰੇ ਗੁਰਮੁਖ ਬੂਝੈ ਕੋਏ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ। ਰਹਾਓ ਆਪੇ ਦੇ ਤਾਂ ਪਾਈਐ ਹੋਰ ਕਰਣਾ ਕਿਛੂ ਨ ਜਾਏ, ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੈ ਪਾਏ, ਜੇਹਾ ਕੀਤੁਨ ਤੇਹਾ ਹੋਆ ਜਿਹੇ ਕਰਮ ਕਮਾਏ। ਸ੍ਰੀ ਰਾਗ ਮਹਲਾ ਤੀਜਾ। ਵਿਚਾਰੇ ਕਰਮ ਕਰਨ ਕਮਾਉਣ ਵਾਲੇ ਪ੍ਰਾਣੀ ਦੇ ਹੱਥ ਕੁਛ ਨਹੀਂ, ਆਪਣੇ ਹੁਦਰੋਂ
ਉਹ ਕੀ ਕੁਝ ਕਰ ਸਕਦਾ ਹੈ ਅਤੇ ਉਸ ਵਿਚਾਰੇ ਕਰਮ ਕਰਨਹਾਰੇ ਦੇ ਵਸ ਵੀ ਕੀ ਹੈ। ਪੂਰਨ ਖਸਮ ਗੁਰੂ ਕਰਤਾਰ ਉਸ ਦੇ ਪੂਰਬਲੇ ਕਰਮਾਂ ਅਨੁਸਾਰ ਜਿੱਧਰ ਜਿਸ ਪਾਸੇ ਉਸ ਨੂੰ ਲਾਉਂਦਾ ਹੈ ਤਿਸ ਪਾਸੇ ਉਹ ਲੱਗਦਾ ਹੈ। ਯਥਾ ਗੁਰਵਾਕ ਕਿਆ ਕਿਛ ਕਰੈ ਕਿ ਕਰਣੈ ਹਾਰਾ, ਕਿਆ ਇਸ ਹਾਥ ਵਿਚਾਰੇ ਜੇ ਤੁਮ ਲਾਵੋ ਤਿਤ ਹੀ ਲਾਗਾ, ਪੂਰਨ ਖਸਮ ਹਮਾਰੇ। ਗੌੜੀ ਮਾਲਾ ਪੰਜਵਾਂ। ਕਰਮਾਂ ਦਾ ਖੇਤ ਸਭ ਕੋਈ ਬੀਜਦਾ ਵਾਹੁੰਦਾ ਕਮਾਉਂਦਾ ਹੈ। ਆਪਣੇ ਜਾਣੇ ਸਭ ਕੋਈ ਆਪਣੇ ਭਲੇ ਨੂੰ ਹੀ ਖੇਤ ਬੀਜਦਾ ਹੈ, ਪਰ ਜੋ ਖੇਤ ਖਸਮ ਕਰਤੇ ਪੁਰਖ ਨੂੰ ਭਾਉਂਦਾ ਹੈ ਉਹੀ ਜੰਮ ਕੇ ਸਿਰੇ ਚੜ੍ਹਦਾ ਹੈ। ਕਰਮਾਂ ਦੀ ਖੇਤੀ ਜਮਾਉਣ ਪਕਾਉਣ ਹਾਰ ਖੁਦ ਖਸਮ ਕਾਦਰ ਕਰਤਾ ਆਪ ਹੀ ਹੈ। ਗੁਰਮੁਖ ਗੁਰਸਿੱਖ ਸਤਿਗੁਰੂ ਪ੍ਰਾਇਣ ਹੋ ਕੇ ਹੀ ਸਤਿਗੁਰ ਦਰਸਾਏ ਸ਼ੁਭ ਕਰਮਾਂ ਗੁਰਮਤ ਕਰਮਾਂ ਦੀ ਖੇਤੀ ਬੀਜਦੇ ਹਨ। ਸਤਿਗੁਰੂ ਦੇ ਆਸਰੇ ਪ੍ਰਾਇਣੀ ਧਰਮ ਧਰਤੀ ਵਿੱਚ ਜਿਹਾ ਕੋ ਬੀਜੈ ਤੇਹਾ ਹੀ ਫਲ ਪਾਉਂਦਾ ਹੈ। ਗੁਰੂ ਦੇ ਸਿੱਖ ਗੁਰ ਹੁਕਮੀ ਬੰਦੇ ਹੋਏ ਕੈ ਅੰਮ੍ਰਿਤ ਨਾਮ ਦੇ ਅੰਮ੍ਰਿਤ ਅਭਿਆਸ ਰੂਪੀ ਕਰਮਾਂ ਦਾ ਬੀਜ ਬੋਉਂਦੇ ਹਨ। ਵਾਹਿਗੁਰੂ ਤਿਨਾਂ ਨੂੰ ਅੰਮ੍ਰਿਤ ਫਲ ਹੀ ਪ੍ਰਦਾਨ ਕਰਦਾ ਹੈ। ਅਜਿਹੇ ਗੁਰੂ ਪ੍ਰਾਇਣੀ ਹੁਕਮੀ ਬੰਦੇ ਗੁਰੂ ਕੇ ਹਲਤ ਪਲਤ ਵਿਖੇ ਮੁਖ ਉਜਲੇ ਹੁੰਦੇ ਹਨ। ਉਹ ਵਾਹਿਗੁਰੂ ਦੀ ਸੱਚੀ ਦਰਗਾਹ ਵਿੱਚ ਸੁਰਖ ਰੂਈ ਦੇ ਸਿਰੋਂ ਪਾਉ ਸੇਤੀ ਪੈਦੇ ਜੰਮਦੇ ਹਨ। ਗੁਰੂ ਤੋਂ ਬੇਮੁਖਾਂ ਖੋਟੇ ਮਨਮੁਖ ਹਤਿਆਰਿਆਂ ਅੰਦਰ ਖੋਟ ਹੀ ਹੁੰਦੀ ਹੈ। ਉਹ ਨਿਤ ਖੋਟ ਹੀ ਕਮਾਉਂਦੇ ਹਨ। ਉਹਨਾਂ ਨੂੰ ਉਹਨਾਂ ਦੇ ਬੀਜੇ ਖੋਟ ਦਾ ਤਿਵਿਹੋ ਜਿਹਾ ਹੀ ਖੋਟਾ ਫਲ ਮਿਲਦਾ ਹੈ, ਫਲ ਪ੍ਰਦਾਤੇ ਦੀ ਦਰਗਾਹੋਂ। ਕਰਮਾਂ ਸੰਦੜੇ ਖੇਤ ਵਿੱਚ ਜਿਹਾ ਕੋ ਬੀਜਦਾ ਹੈ ਤੇਹਾ ਫਲ ਪਾਉਂਦਾ ਹੈ। ਫਲ ਦੇਵਣ ਲਾਵਣ ਹਾਰ ਫਲ ਪ੍ਰਦਾਤਾ ਗੁਰੂ ਕਰਤਾਰ ਆਪ ਹੈ। ਕਰਮਾਂ ਦੇ ਵਸ ਕੁਛ ਨਹੀਂ, ਨਾ ਕਰਮ ਕਰਨਹਾਰੇ ਅਲਪਗ ਬੰਦੇ ਦੇ ਹੀ ਕੁਛ ਹੱਥ ਵਸ ਹੈ। ਯਥਾ ਗੁਰਵਾਕ ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੇ ਤੇਹਾ ਫਲ ਪਾਏ। ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ। ਉਹਨਾਂ ਹਲਤ ਪਲਤ ਮੁਖ ਉਜਲੇ ਓਏ ਹਰ ਦਰਗਾਹ ਸੱਚੀ ਪੈ ਨਹਾਏ। ਇਕ ਨਾ ਅੰਦਰ ਖੋਟ ਨਿਤ ਖੋਟ ਕਮਾਵੈ, ਉਹ ਜਿਹਾ ਬੀਜੇ ਤੇਹਾ ਫਲ ਖਾਏ। ਗੌੜੀ ਕੀ ਵਾਰ ਸ਼ਲੋਕ ਮਹਲਾ ਚੌਥਾ। ਕਰਮਾਂ ਦੀ ਕਿਰਸਾਣੀ ਦਾ ਖੇਤ ਸਭ ਹਰ ਪ੍ਰਭ ਕਰਤੇ ਦਾ ਹੀ ਹੈ। ਸਭ ਕਿਸੇ ਨੂੰ ਵਾਹਿਗੁਰੂ ਕਰਤੇ ਪੁਰਖ ਨੇ ਆਪ ਹੀ ਕਿਰਸਾਣੀ ਕਰਨ ਲਾਇਆ ਹੈ। ਗੁਰਮੁਖਾਂ ਦੀ ਖੇਤੀ ਦਾ ਵਾਹਿਗੁਰੂ ਦੀ ਬਖਸ਼ਿਸ਼ ਨਾਲ ਖੂਬ ਜਮਾਓ ਜੰਮਦਾ ਹੈ। ਵਾਹਿਗੁਰੂ ਪ੍ਰਾਇਣੀ ਕਰਮ ਕਮਾਇ ਕੈ ਗੁਰਮੁਖ ਸਦਾ ਹੀ ਲਾਹੇਵੰਤ ਰਹਿੰਦੇ ਹਨ। ਮਨਮੁਖਾਂ ਨੂੰ ਲਾਹੇ ਦੇ ਥਾਂ ਘਾਟਾ ਹੀ ਰਹਿੰਦਾ ਹੈ। ਉਹ ਸਗੋਂ ਆਪਣਾ ਅਗਲਾ ਮੂਲ ਵੀ ਗਵਾਏ ਬੈਂਦੇ ਹਨ। ਸਭ ਕੋਈ ਆਪਣੇ ਭਲੇ ਨੂੰ ਬੀਜਦਾ ਹੈ, ਪਰ ਜੋ ਖੇਤ ਕਰਤੇ ਪੁਰਖ ਨੂੰ ਭਾਉਂਦਾ ਹੈ ਸੋ ਖੇਤ ਸਫਲ ਫਲਾਉਂਦਾ ਹੈ। ਗੁਰਸਿੱਖਾਂ ਨੇ ਅੰਮ੍ਰਿਤ ਬੀਜ ਬੀਜਿਆ ਹੈ। ਤਿਨਾਂ ਨੂੰ ਫਲ ਪ੍ਰਦਾਤੇ ਪੁਰਖ ਵਿਧਾਤੇ ਵਾਹਿਗੁਰੂ ਵੱਲੋਂ ਅੰਮ੍ਰਿਤ ਫਲ ਹੀ ਪ੍ਰਦਾਨ ਹੁੰਦਾ ਹੈ। ਉਹਨਾਂ ਦੀ ਕਿਰਸਾਣੀ ਖੇਤੀ ਸਫਲ ਫਲਾਉਂਦੀ ਹੈ। ਜੋ ਜਮ ਰੂਪੀ ਚੂਹਾ ਹੋਰਨਾਂ ਦੀਆਂ ਕਿਰਸ ਖੇਤੀਆਂ ਨੂੰ ਨਿਤ ਕੁਰਕਦਾ ਹੈ, ਉਹ ਗੁਰਮੁਖ ਸਿੱਖਾਂ ਦੀ ਖੇਤੀ ਕਿਰਸ ਨੂੰ ਨਹੀਂ ਕੁਰਕ ਬੁਰਕ ਸਕਦਾ। ਵਾਹਿਗੁਰੂ ਕਰਤੇ ਪੁਰਖ ਨੇ ਇਸ ਜਮ ਰੂਪੀ ਚੂਹੇ ਨੂੰ ਗੁਰਮੁਖਾਂ ਦੀ ਕਿਰਸ ਖੇਤੀ ਵਿੱਚੋਂ ਮਾਰ ਕੇ ਬਾਹਰ ਕੱਢ ਕਢਾਏ ਦਿੱਤਾ ਹੈ। ਗੁਰਮੁਖਾਂ ਦੀ ਅੰਮ੍ਰਿਤ ਬੀਜ ਬੀਜਣੀ ਖੇਤੀ ਕਿਰਸਾਣੀ ਖੂਬ ਭਾਉ ਭਰੰਬਰੀ ਹੋ ਕੇ ਜੰਮਦੀ ਫਲਦੀ ਹੈ। ਵਾਹਿਗੁਰੂ ਦੀ ਨਦਰ ਕਰਮੀ ਬਖਸ਼ਿਸ਼ ਨਾਲ ਬੋਲਾਂ ਦੇ ਬੋਲ ਲੱਗ ਜਾਂਦੇ ਹਨ। ਗੁਰੂ ਕਰਤਾਰ ਨੂੰ ਧਿਆਉਣ ਹਾਰਿਆਂ ਸਤਿਗੁਰੂ ਸਤਪੁਰਖ ਦੇ ਸਚਿਆਰ ਸਿੱਖਾਂ ਗੁਰਮੁਖ ਜਨਾਂ ਦਾ ਕਰਤੇ ਪੁਰਖ ਨੇ ਸਭ ਕਾੜਾ ਅੰਦੇਸਾ ਲਾ ਦਿੱਤਾ ਹੈ। ਉਹਨਾਂ ਨੂੰ ਚਿੰਤਾ ਕਲਪਨਾ ਕੁਛ ਨਹੀਂ ਰਹਿੰਦੀ। ਡੋਰੀ ਜੋ ਉਹਨਾਂ ਨੇ ਗੁਰੂ ਕਰਤਾਰ ਦੇ ਭਰੋਸੇ ਉੱਤੇ ਛੱਡੀ ਹੁੰਦੀ ਹੈ। ਨਾਮ ਅਰਾਧਨ ਵਾਲੇ ਗੁਰਮੁਖ ਜਨ ਗੁਰੂ ਨਾਨਕ ਦੀ ਨਦਰ ਮਿਹਰ ਨਾਲ ਆਪ ਹੀ ਤਰ ਜਾਂਦੇ ਹਨ ਅਤੇ ਆਪਣੀ ਸਤ ਸੰਗਤ ਦੇ ਪ੍ਰਭਾਵ ਨਾਲ ਸਾਰੇ ਸੰਸਾਰੀਆਂ ਵਿਖੇ ਵੀ ਇਹੋ ਨਾਮ ਅੰਮ੍ਰਿਤ ਦੇ ਛਟਿਆਂ ਦਾ ਸੰਚਾਰਾ ਵਰਤਾਰਾ ਵਰਤਾਉਂਦੇ ਹਨ, ਜਿਸ ਤੋਂ ਸਾਰੇ ਸੰਸਾਰ ਦੇ ਨਿਸਤਾਰੇ ਦਾ ਬਾਨਣੂ ਵੱਜਦਾ ਹੈ। ਯਥਾ ਗੁਰਵਾਕ ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਗੁਰਮੁਖ ਬਖਸ਼ ਜਮਾਈਨ ਮਨ ਮੁਖੀ ਮੂਲ ਗਵਾਇਆ। ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਮ ਚੂਹਾ ਕਿਰਸ ਨਿਤ ਕੁਰਕਦਾ, ਹਰ ਕਰਤੈ ਮਾਰ ਕਢਾਇਆ। ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ।
ਤਿਨਕਾ ਕਾੜਾ ਅੰਦੇਸਾ ਸਭ ਲਾਹਿਓਨ, ਜਿਨੀ ਸਤਿਗੁਰ ਪੁਰਖ ਧਿਆਇਆ, ਜਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਗੌੜੀ ਕੀ ਵਾਰ ਸ਼ਲੋਕ ਮਹਲਾ ਚੌਥਾ। ਗੁਰਮੁਖ ਜਨਾਂ ਦੇ ਨਾਮ ਰੰਗਣੀ ਨਿਸ਼ਕਾਮ ਕਰਮ, ਆਪਣੀ ਅਹੰਗਮਤ ਉਕਤ ਸਿਆਣਪ ਤੋਂ ਰਹਿਤ ਹੁੰਦੇ ਹਨ। ਉਹ ਦਿਨ ਰਹਿਣ ਨਾਮ ਵਖਾਨਣ ਵਿੱਚ ਹੀ ਮਗਨ ਰਹਿੰਦੇ ਹਨ। ਆਪਣੇ ਆਪ ਨੂੰ ਮਨ ਬਚ ਕਰਮ ਕਰਕੇ ਗੁਣਹੀਨ ਨਿਰਗੁਣ ਹੀ ਸਮਝਦੇ ਹਨ। ਆਪਣੀ ਕਰਨੀ ਉੱਤੇ ਮਾਣ ਨਹੀਂ ਕਰਦੇ। ਇਹੋ ਕਹਿੰਦੇ ਹਨ, ਮੈਂ ਕੌਣ ਹਾਂ, ਕਰਮ ਕਰਨੀ ਕਰਨ ਵਾਲਾ, ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ। ਕਰਨ ਕਰਾਵਨਹਾਰ ਵਾਹਿਗੁਰੂ ਆਪ ਹੈ। ਉਕਤ ਸਿਆਣਪ ਕਿਛੂ ਨਾ ਜਾਨਾ, ਦਿਨ ਰਹਿਣ ਤੇਰਾ ਨਾਮ ਵਖਾਨਾ। ਮੈਂ ਨਿਰਗੁਣ ਗੁਣ ਨਾਹੀ ਕੋਏ, ਕਰਨ ਕਰਾਵਨਹਾਰ ਪ੍ਰਭ ਸੋਏ। ਰਹਾਓ। ਆਸਾ ਮਹਲਾ ਪੰਜਵਾਂ। ਸੱਚਮੁੱਚ ਵਾਸਤਵੀ ਨਿਸ਼ਚਿਤ ਗੁਰਮਤਿ ਗੂੜ ਭੇਵ ਅਭੇਵ ਇਹੀ ਹੈ ਕਿ ਕਰਮ ਸੁਕਰਮ ਕਰਾਏ ਆਪੇ, ਕੀਮਤ ਕੌਣ ਅਭੇਵਏ। ਸੂਹੀ ਮਹਲਾ ਪਹਿਲਾ। ਇਸ ਗੁਰਮਤਿ ਗੂੜ ਰਮਜ਼ ਦੀ ਕੀਮਤ ਕੇਵਲ ਗੁਰਮੁਖ ਜਨ ਹੀ ਜਾਣਦੇ ਹਨ। ਹੋਰ ਕਿਸੇ ਨੂੰ ਇਸ ਗੱਲ ਦਾ ਕੀ ਭੇਵ ਮਿਲ ਸਕਦਾ ਹੈ। ਕਰਮਾਂ ਸੁਕਰਮਾਂ ਦਾ ਫਲ ਪ੍ਰਦਾਤਾ ਆਪ ਗੁਰੂ ਕਰਤਾਰ ਜੂ ਹੋਇਆ। ਫਲ ਪ੍ਰਦਾਤਨੀ ਕਿਰਤ ਵਾਲੇ ਜੋ ਕਰਮ ਵੀ ਕੋਈ ਜਨ ਕਰਦਾ ਹੈ, ਤਿਨਾਂ ਤੋਂ ਉਹ ਕਰਮ ਫਲ ਪ੍ਰਦਾਤਾ ਕਰਮ ਵਿਧਾਤਾ ਕਰਤਾ ਪੁਰਖ ਗੁਰੂ ਕਰਤਾਰ ਹੀ ਕਰਾਉਂਦਾ ਹੈ। ਕਰਮ ਲਿਖਤੇ ਜ਼ੁਮਰੇ ਵਿੱਚ ਜੋ ਕਰਮ ਕਿਸੇ ਵੱਲੋਂ ਕਰੇ ਜਾਣੇ ਹਨ, ਉਹ ਉਸਦੇ ਆਪਣੇ ਨਹੀਂ ਹੁੰਦੇ। ਅਜਿਹੇ ਧੁਰ ਲਿਖਤੇ ਕਰਮਾਂ ਦਾ ਲੇਖਾ ਕਰਮ ਕਰਨਹਾਰੇ ਤੋਂ ਕੁਛ ਨਹੀਂ ਲਿਆ ਜਾਂਦਾ। ਇਹ ਤਾਂ ਲੇਖ ਅਲੇਖੀ ਕਰਮ ਹਨ, ਜਿਨ੍ਹਾਂ ਦਾ ਕਰਾਵਨਹਾਰ ਆਪ ਕਰਤਾ ਪੁਰਖ ਕਰਮ ਵਿਧਾਤਾ ਹੈ। ਇਹ ਲੇਖ ਸੁਲੇਖੀ ਕਰਮ ਕਰਨ ਤੇ ਗੁਰਮੁਖ ਜਨ ਦੀ ਸ੍ਰਿਸ਼ਟ ਵਿੱਚ ਸੁੱਤੇ ਹੀ ਅੰਕ੍ਰਿਤ ਹੁੰਦੇ ਹਨ। ਸੁਕ੍ਰਿਤ ਕਰਨੀ ਵਾਲੇ ਗੁਰਮੁਖ ਜਨ ਜੀਵਤ ਮਿਰਤਕ ਹੋ ਕੇ ਅਤੇ ਵਾਹਿਗੁਰੂ ਪਰਮਾਤਮਾ ਨਾਲ ਇੱਕ ਮਿਕਤਾ ਸਹਿਤ ਮਿਲੇ ਹੋਏ ਹੋ ਕੇ ਵੀ ਸੁੱਤੇ ਸਹਿਜੀ ਕਰਮ ਜੋ ਕਰਦੇ ਕਰਾਉਂਦੇ ਹਨ, ਉਹ ਸਭ ਲੇਖੇ ਤੋਂ ਬਾਹਰ ਹੁੰਦੇ ਹਨ। ਉਹਨਾਂ ਦਾ ਕਰਾਵਨਹਾਰਾ ਵਾਹਿਗੁਰੂ ਪਰਮਾਤਮਾ ਆਪ ਹੁੰਦਾ ਹੈ। ਉਹਨਾਂ ਦਾ ਸਭ ਲੇਖਾ ਛੁਟਕ ਜਾਂਦਾ ਹੈ। ਜਿਨ ਕੋ ਤੂ ਹਰ ਮੇਲੈ ਸੁਆਮੀ, ਸਭ ਤਿਨਕਾ ਲੇਖਾ ਛੁਟਕ ਗਿਆ। ਤਿਨ ਕੀ ਗਣਤ ਨ ਕਰਿਓ ਕੋ ਭਾਈ, ਜੋ ਗੁਰ ਬਚਨੀ ਹਰ ਮੇਲ ਲਿਆ। ਤੁਖਾਰੀ ਮਹਲਾ ਚੌਥਾ।